कह रहे हैं। ਇਹ ਵੱਡੀ ਖਬਰ ਹੈ, ਇਸ ਦੇ ਨਾਲ ਹੀ ਸ਼ੁਰੂਆਤ ਕਰ ਰਹੇ ਹਾਂ। ਸਕਰੀਨ ਦੇ ਉੱਤੇ ਖਬਰ ਆਈ ਹੈ ਔਰ ਗੜਜੋੜ ਲਈ ਤਰਲੇ ਕੱਢ ਰਹੇ ਨੇ ਸੁਖਬੀਰ ਬਾਦਲ। ਬੀਜੇਪੀ ਦੇ ਨਾਲ ਗੜਜੋੜ ਦੇ ਲਈ ਗਿੜਗੜਾ ਰਹੇ ਨੇ ਸੁਖਬੀਰ। ਬਹੁਤ ਤਲਖ ਟਿੱਪਣੀ ਇੱਕ ਤਰੀਕੇ ਨਾਲ ਕੀਤੀ ਗਈ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ। ਅਕਾਲੀ ਬੀਜੇਪੀ ਦਾ ਗੜਜੋੜ ਰਿਹਾ ਪਰ ਹੁਣ ਟੁੱਟ ਚੁੱਕਿਆ ਹੈ ਤੇ ਇਸ ਵਿਚਾਲੇ ਟਿੱਪਣੀਆਂ ਜਿਸ ਤਰੀਕੇ ਨਾਲ ਵਿਰੋਧੀ ਕਰ ਰਹੇ ਨੇ ਉਹ ਦੱਸ ਰਿਹਾ ਹੈ ਕਿ ਨਿਸ਼ਾਨੇ ਦੇ ਉੱਤੇ ਨੇ ਇਸ ਸਮੇਂ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ। उन्होंने राजा वड़िंग ने कहा कि पहला राष्ट्रपति चोण दे विच बीजेपी का साथ दिता, हुण पार्लीमेंट के उद्घाटनी समागम दे विच शामिल होए। यकीनन बंदी ਸਿੰਘਾਂ ਦਾ मुद्दा पिछली सीट के उत्ते चला गया। बंदी ਸਿੰਘਾਂ ਦਾ मसला अकाली दल के सियासी एजेंडे दे विच मदद नहीं कर रहा। तो राजा वड़िंग के निशाने के उत्ते ने सुखबीर सिंह बादल। अकाली दल ते बीजेपी का गड़जोड़ एक लंबे वेले तक रहा पंजाब दे विच, करीब 2-2.5 दहाकियां तक। ते इस विचाले ਹੁਣ ਨਿਸ਼ਾਨੇ ਦੇ ਉੱਤੇ ਇਸ ਕਰਕੇ ਵੀ ਹੈ ਕਿਉਂਕਿ ਇਹ ਗੜਜੋੜ ਟੁੱਟ ਚੁੱਕਿਆ ਹੈ। ਕਿਸਾਨੀ ਅੰਦੋਲਨ ਦੇ ਦੌਰਾਨ ਗੜਜੋੜ ਟੁੱਟਿਆ ਪਰ ਉਸ ਤੋਂ ਬਾਅਦ ਦੋਵੇਂ ਪਾਰਟੀਆਂ ਪੋਲੀਟੀਕਲ ਤੌਰ ਦੇ ਉੱਤੇ ਕੋਈ ਬਹੁਤ ਵੱਡਾ ਮੁਕਾਮ ਹਾਸਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਈਆਂ। 2022 ਦਾ ਇਲੈਕਸ਼ਨ ਦੋਵਾਂ ਨੇ ਵੱਖੋ ਵੱਖਰੇ ਲੜਿਆ। ਅਕਾਲੀ ਦਲ ਕੋਲ ਸਿਰਫ 3 ਸੀਟਾਂ ਆਈਆਂ, ਬੀਐਸਪੀ ਦੇ ਨਾਲ ਗੜਜੋੜ ਦੇ ਬਾਵਜੂਦ ਗੜਜੋੜ ਦੇ 4 ਸੀਟਾਂ ਸੀ ਤੇ ਬੀਜੇਪੀ ਦੇ ਖਾਤੇ ਸਿਰਫ 2 ਸੀਟਾਂ ਸੀ। ਉਸ ਤੋਂ ਬਾਅਦ ਸੰਗਰੂਰ ਦੇ ਇਲੈਕਸ਼ਨ ਦੇ ਵਿੱਚ ਬੀਜੇਪੀ ਚੌਥੇ ਨੰਬਰ ਤੇ ਸੀ ਤਾਂ ਅਕਾਲੀ ਦਲ 5ਵੇਂ ਨੰਬਰ ਤੇ। ਉਸ ਤੋਂ ਬਾਅਦ ਜਲੰਧਰ ਦੀ ਜ਼ਿਮਨੀ ਚੋਣ ਦੇ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਜੇ 3ਜੇ ਨੰਬਰ ਤੇ ਸੀ ਤਾਂ ਬੀਜੇਪੀ ਚੌਥੇ ਨੰਬਰ ਦੇ ਉੱਤੇ। ਤਾਂ ਕੁੱਲ ਮਿਲਾ ਕੇ ਦੋਵੇਂ ਪਾਰਟੀਆਂ ਦੇ ਹੱਥ ਪੋਲੀਟੀਕਲ ਤੌਰ ਦੇ ਉੱਤੇ ਇਲੈਕਸ਼ਨ ਦੇ ਦੌਰਾਨ ਤਾਂ ਕੁਝ ਜ਼ਿਆਦਾ ਨਹੀਂ ਲੱਗਿਆ। ਪਰ ਕੀ ਇਹ ਗੜਜੋੜ ਹੋਵੇਗਾ? ਕਿਆਸ ਰਹੀਆਂ ਇਸ ਸਮੇਂ ਜ਼ਰੂਰ ਜਾਰੀ ਨੇ। ਬੇਸ਼ੱਕ ਪੋਲੀਟੀਕਲ ਤੌਰ ਦੇ ਉੱਤੇ ਦੋਵੇਂ ਪਾਰਟੀਆਂ ਡਿਨਾਈ ਕਰਦੀਆਂ ਹੋਣ ਪਰ ਰਾਜਾ ਵੜਿੰਗ ਦੇ ਨਿਸ਼ਾਨੇ ਦੇ ਉੱਤੇ ਵੀ ਅਕਾਲੀ ਦਲ। ਅੱਗੇ ਵਧਦਿਆਂ ਤੇ ਗੱਲ ਹੋਵੇਗੀ ਸਿੱਧੂ ਮੂਸੇਵਾਲਾ ਦੀ। ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਯੂਕੇ ਦੇ ਗ੍ਰੇਪਸੈਂਟ ਦੇ ਵਿੱਚ ਗ੍ਰੇਪਸੈਂਟ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਵਾਇਆ ਗਿਆ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਯੂਕੇ ਦੇ ਵਿੱਚ ਹੀ ਨੇ ਤੇ ਆਪਣੇ ਬੇਟੇ ਦੀ ਯਾਦ ਦੇ ਵਿੱਚ ਉੱਥੇ ਗੁਰੂ ਘਰ ਦੇ ਵਿੱਚ ਰਖਵਾਏ ਜਾ ਰਹੇ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਉਹ ਸ਼ਾਮਲ ਹੋਣਗੇ। ਕੱਲ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਹੈ, 1 ਸਾਲ ਕੰਪਲੀਟ ਹੋ ਜਾਏ। 29 ਮਈ ਨੂੰ ਮੂਸੇਵਾਲਾ ਨੂੰ ਪਿੰਡ ਜਵਾਹਰਕੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 6 ਸ਼ੂਟਰਾਂ ਨੇ ਗੋਲੀਆਂ ਮਾਰੀਆਂ ਸਨ ਔਰ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਨੇ ਉਸ ਦੀ ਜ਼ਿੰਮੇਵਾਰੀ ਲਈ। ਹਾਲਾਂਕਿ ਐਤਵਾਰ ਦਾ ਦਿਨ ਸੀ ਜਦੋਂ ਮੂਸੇਵਾਲਾ ਦਾ ਕਤਲ ਹੋਇਆ ਸੀ ਔਰ ਕਰੀਬ ਕੁਝ ਅਜਿਹਾ ਹੀ ਸਮਾਂ ਸੀ ਜਦੋਂ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਸੀ ਕਿਉਂਕਿ ਅੱਜ ਵੀ ਐਤਵਾਰ ਹੈ ਤੇ ਉਸ ਸਮੇਂ ਵੀ ਐਤਵਾਰ ਸੀ। ਤਾਂ ਕਰੀਬ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਅੱਜ ਪੂਰਾ ਸਾਲ ਹੋ ਗਿਆ ਔਰ ਕੁਝ ਅਜਿਹਾ ਹੀ ਟਾਈਮ ਸੀ ਐਤਵਾਰ ਦੇ ਦਿਨ ਜਦੋਂ ਮੂਸੇਵਾਲਾ ਦੇ ਮੌਤ ਦੀ ਖਬਰ ਸਾਹਮਣੇ ਆਈ ਸੀ। ਅਜਿਹੇ ਟਾਈਮ ਗੋਲੀਆਂ ਮਾਰੀਆਂ ਗਈਆਂ ਨੇ, ਇਹ ਖਬਰ ਸੀ। ਉਸ ਤੋਂ ਕੁਝ ਮਿੰਟਾਂ ਬਾਅਦ ਹੀ ਇਹ ਕਲੀਅਰ ਹੋ ਗਿਆ ਸੀ ਕਿ ਮੂਸੇਵਾਲਾ ਦੀ ਮੌਤ ਹੋ ਗਈ ਹੈ। ਤਾਂ 1 ਸਾਲ ਮੂਸੇਵਾਲਾ ਦੀ ਮੌਤ ਨੂੰ ਹੋਇਆ। 29 ਮਈ ਦਾ ਦਿਨ ਸੀ, ਕੱਲ 1 ਸਾਲ ਪੂਰਾ ਹੋਏਗਾ। ਉਹਨਾਂ ਦੇ ਪਿਤਾ ਬਲਕੌਰ ਸਿੰਘ ਇਸ ਸਮੇਂ ਯੂਕੇ ਦੇ ਵਿੱਚ ਨੇ ਔਰ ਉੱਥੇ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ ਗਿਆ ਉੱਥੇ ਦੀ ਸੰਗਤ ਦੇ ਵੱਲੋਂ ਮੂਸੇਵਾਲਾ ਦੀ ਯਾਦ ਦੇ ਵਿੱਚ ਔਰ ਉਸ ਦੇ ਵਿੱਚ ਸ਼ਾਮਲ ਹੋਣਗੇ ਥੋੜੀ ਦੇਰ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਉੱਥੇ ਦੇ ਹਿਸਾਬ ਦੇ ਨਾਲ 2 ਵਜੇ ਯਾਨੀ ਕਿ ਆਪਾਂ IST ਦੇਖੀਏ ਇੰਡੀਅਨ ਸਟੈਂਡਰਡ ਟਾਈਮ, ਤਾਂ ਹੁਣ ਤੋਂ ਥੋੜੀ ਦੇਰ ਦੇ ਵਿੱਚ ਜਿਹੜਾ ਉਹ ਸਮਾਗਮ ਹੈ ਜਿਸ ਦੇ ਵਿੱਚ ਬਲਕੌਰ ਸਿੰਘ ਸ਼ਾਮਲ ਹੋਣਗੇ, ਥੋੜੀ ਦੇਰ ਦੇ ਵਿੱਚ ਉਹ ਸਮਾਗਮ ਸ਼ੁਰੂ ਹੋਵੇਗਾ ਜਿਹੜਾ ਪਾਠ ਹੈ ਉੱਥੇ ਰੱਖਿਆ ਗਿਆ ਹੈ। ਯੂਕੇ ਦੀ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ 28 ਤਰੀਕ ਨੂੰ ਗੁਰਦੁਆਰਾ ਨਾਨਕ ਦਰਬਾਰ ਗ੍ਰੇਵਸੈਂਟ ਵਿਖੇ ਬੇਟੇ ਦੀ ਬਰਸੀ ਦੇ ਸੰਬੰਧ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੋਵੇਗਾ ਤੇ ਸਾਰੀ ਸੰਗਤ ਸਮੇਂ ਸਿਰ ਪਹੁੰਚ ਕੇ ਗੁਰਬਾਣੀ ਦਾ ਲਾਹਾ ਉਠਾਇਓ ਜੀ। ਤੇ ਉਹ ਜਿਹੜਾ ਸਪੈਸ਼ਲੀ ਇਕੱਲੇ ਵਿਅਕਤੀ ਨੂੰ ਮਿਲਣਾ ਔਰ ਸਮਾਂ ਦੇਣਾ ਮੇਰੇ ਲਈ ਵੀ ਬਹੁਤ ਮੁਸ਼ਕਿਲ ਹੈ, ਤਾਂ ਉੱਥੇ ਆਪਾਂ ਸਾਰੀ ਸੰਗਤ ਦੇ ਦਰਸ਼ਨ ਕਰਾਂਗੇ ਤੇ ਸਾਰਿਆਂ ਨੂੰ ਮਿਲਾਂਗੇ। ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਯੂਕੇ ਪਹੁੰਚੇ ਹੋਏ ਨੇ। ਉਹਨਾਂ ਦੀ ਮਾਤਾ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਪੰਜਾਬ ਦੇ ਵਿੱਚ ਨੇ ਉਹਨਾਂ ਦੇ ਪਿੰਡ, ਤੇ ਉਹ ਪਹੁੰਚੇ ਜਵਾਹਰਕੇ। ਮਾਨਸਾ ਦੇ ਜਵਾਹਰਕੇ ਪਿੰਡ ਪਹੁੰਚੇ ਨੇ ਮੂਸੇਵਾਲਾ ਦੇ ਮਾਤਾ, ਉਸ ਥਾਂ ਦੇ ਉੱਤੇ ਜਿੱਥੇ ਮੂਸੇਵਾਲਾ ਦੀ ਥਾਰ ਨੂੰ ਰੋਕ ਕੇ ਗੋਲੀਆਂ ਮਾਰੀਆਂ ਗਈਆਂ ਸੀ। ਗੋਲੀਆਂ ਦੇ ਨਿਸ਼ਾਨ ਦੇਖ ਕੇ ਮੂਸੇਵਾਲਾ ਦੀ ਮਾਤਾ ਭਾਵੁਕ ਹੋ ਗਏ। ਮੂਸੇਵਾਲਾ ਦੇ ਮਾਤਾ ਦੇ ਹੰਝੂ ਨਹੀਂ ਰੁਕ ਰਹੇ ਸੀ। ਉਹਨਾਂ ਦਾ ਬੇਟਾ ਜਵਾਨ ਪੁੱਤ 27 ਸਾਲਾਂ ਦਾ ਔਰ ਇੰਨਾ ਹੋਣਹਾਰ ਪੁੱਤ ਦੁਨੀਆ ਤੋਂ ਚਲਾ ਗਿਆ ਤੇ ਲਾਜ਼ਮੀ ਤੌਰ ਤੇ ਉਸ ਪਰਿਵਾਰ ਦੇ ਉੱਤੇ 1 ਸਾਲ ਤਾਂ ਕਈ ਸਾਲ ਜਾਂ ਕਈ ਦਹਾਕਿਆਂ ਤੱਕ ਇਹ ਦੁੱਖ ਜਿਹੜਾ ਭੁਲਾਉਣਾ ਨਾਮੁਮਕਿਨ ਹੋਵੇਗਾ ਇਸ ਪਰਿਵਾਰ ਦੇ ਲਈ ਵੀ। ਉੱਥੇ ਪਾਠ ਰਖਵਾਇਆ ਗਿਆ ਸੀ ਪਿੰਡ ਜਵਾਹਰਕੇ ਦੇ ਵਿੱਚ ਸੰਗਤ ਦੇ ਵੱਲੋਂ। ਉੱਥੇ ਮੂਸੇਵਾਲਾ ਦੀ ਮਾਤਾ ਪਹੁੰਚੇ ਉਸ ਥਾਂ ਦੇ ਉੱਤੇ ਜਿੱਥੇ ਗੋਲੀਆਂ ਮਾਰੀਆਂ ਗਈਆਂ ਸੀ। ਇਹ ਪੂਰਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਉੱਥੇ ਇੱਕ ਤਰੀਕੇ ਨਾਲ ਯਾਦ ਕੀਤਾ ਗਿਆ, ਨਤਮਸਤਕ ਹੋਏ। ਇੱਕ ਕ੍ਰਾਸ ਦਾ ਨਿਸ਼ਾਨ ਤੁਹਾਨੂੰ ਜਿਹੜਾ ਨਜ਼ਰ ਆ ਰਿਹਾ ਜਿੱਥੇ ਗੱਡੀ ਆਖਿਰ ਦੇ ਵਿੱਚ ਜਾ ਕੇ ਖੜੀ ਰਹੀ, ਜਿੱਥੇ ਖੜਾ ਕੇ ਗੋਲੀਆਂ ਮਾਰੀਆਂ ਗਈਆਂ ਥਾਰ ਨੂੰ।
ਔਰ ਜਿੱਥੇ ਜਾ ਕੇ ਉਹ ਖੜੀ ਸੀ ਫਿਰ ਉਹ ਪੁਲਿਸ ਉਸ ਨੂੰ ਬਿਲਕੁਲ ਲਾਈਨ ਇੱਕ ਤਰੀਕੇ ਨਾਲ ਡਰਾ ਕਰ ਦਿੱਤੀ ਜਾਂਦੀ ਹੈ ਤਾਂ ਕਿ ਜਦੋਂ ਵੀ ਕੋਈ ਇਨਵੈਸਟੀਗੇਸ਼ਨ ਦੇ ਲਈ ਪਹੁੰਚੇ ਤਾਂ ਪਤਾ ਹੋਵੇ ਕਿ ਇੱਥੇ ਗੱਡੀ ਦੀ ਪੋਜੀਸ਼ਨ ਸੀ ਤਾਂ ਕਿਹੜੇ ਪਾਸੇ ਤੋਂ ਗੋਲੀਆਂ ਚੱਲੀਆਂ। ਇਹ ਸਾਰੀਆਂ ਕ੍ਰਾਈਮ ਸੀਨ ਦੇ ਉੱਤੇ ਜ਼ਰੂਰੀ ਹੁੰਦੀਆਂ ਪ੍ਰੋਟੋਕਾਲ, ਤੁਸੀਂ ਕਹਿ ਸਕਦੇ ਹੋ ਕਿ ਜਦੋਂ ਇਨਵੈਸਟੀਗੇਸ਼ਨ ਅੱਗੇ ਵੱਧਦੀ ਹੈ। ਸ਼ੂਟਰਾਂ ਨੇ ਇਸ ਥਾਂ ਦੇ ਉੱਤੇ ਹੀ ਗੋਲੀਆਂ ਮਾਰੀਆਂ ਸੀ ਮੂਸੇਵਾਲਾ ਨੂੰ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ। ਮੂਸੇਵਾਲਾ ਦੀ 29 ਮਈ ਦਾ ਉਹ ਦਿਨ ਸੀ, ਐਤਵਾਰ ਦਾ ਦਿਨ ਸੀ 2022 ਪਿਛਲੇ ਸਾਲ। ਸਾਲ ਹੋ ਜਾਣਾ ਕਿਹਦੀ ਦਿਨ ਆਪਣੇ ਪ੍ਰੋਗਰਾਮ ਜੋ ਕਿ ਨਾ ਪੂਰਾ ਹੋਣ ਵਾਲਾ ਘੱਟ ਹੈ ਸਾਡੇ ਲਈ ਤਾਂ ਇਹ ਨਹੀਂ ਹੈਗਾ ਸੀ। ਮੈਨੂੰ ਐਂ ਲੱਗਦਾ ਇਹਦੇ ਚਾਹੁਣ ਵਾਲਾ ਜਿਹੜੇ ਅਸੀਂ ਸਾਲ ਤੋਂ ਦੇਖ ਰਹੇ ਹਾਂ ਉਹਦੇ ਚਾਹੁਣ ਵਾਲਿਆਂ ਲਈ ਵੀ ਉਹਦਾ ਵੱਡਾ ਹੀ ਘੱਟ ਹੈ ਜਿਹੜਾ ਸਾਡੇ ਨਾਲ ਹੈ। ਤੁਹਾਡਾ ਧੰਨਵਾਦ ਕਰਦੀ ਹਾਂ ਜਿਹੜੇ ਤੁਸੀਂ ਸਾਡੇ ਕਸਮਾਂ ਤੇ ਮੱਲ੍ਹਮ ਲਾ ਰਹੇ ਹੋ। ਸਾਲ ਹੋ ਗਿਆ ਤੇ ਬਾਕੀ ਤਾਂ 2-3% ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਬਦਨਾਮ ਕਰਨ ਵਾਲੀ, ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ। ਮੈਂ ਸਿਰਫ ਅੱਜ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਜਿਹੜੀ ਕਹਿੰਦੇ ਹੈਗੇ ਵੀ ਉਹਦਾ ਤਾਂ ਗੈਂਗਸਟਰਾਂ ਨਾਲ ਸੀਗਾ, ਉਹ ਤਾਂ ਗੈਂਗਸਟਰ ਹੀ ਸਿੱਧਾ ਗੈਂਗਸਟਰ ਹੀ ਕਹਿਣ ਲੱਗ ਗਏ ਗੈਂਗਸਟਰ ਸੀ। ਕਦੇ ਵੀ ਗੈਂਗਸਟਰਾਂ ਦੇ ਮੜੀਆਂ ਦੇ ਉੱਤੇ ਕਦੇ ਸਟੈਚੂ ਸਥਾਪਿਤ ਨਹੀਂ ਕੀਤੇ ਜਾਂਦੇ ਤੇ ਨਾ ਹੀ ਉਹਨਾਂ ਦਾ ਸਾਲ ਭਰ ਅਫਸੋਸ ਹੁੰਦਾ। ਉਹਨਾਂ ਨੂੰ ਸੋਚ ਲੈਣਾ ਚਾਹੀਦਾ, ਸਮਝ ਲੈਣਾ ਚਾਹੀਦਾ ਵੀ ਜਿਹੜੀ ਅਸੀਂ ਗੱਲ ਕਰਦੇ ਹਾਂ ਉਹ ਦਾਇਰੇ ਵਿੱਚ ਰਹਿ ਕੇ ਕਰੀਏ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਜੇ ਤੁਸੀਂ ਸ਼ੁਭਦੀਪ ਨੂੰ ਪਿਆਰ ਕਰਦੇ ਹੋ, ਕੋਈ ਕੈਪ ਹੈ ਉਹ ਸ਼ੁਭਦੀਪ ਦਾ ਆਵਾਜ਼ ਲਾ ਕੇ ਗਾਣੇ ਬਣਾ ਰਹੇ ਨੇ, ਕਿਉਂਕਿ ਜਿਹੜੇ ਵਿਚਾਰੇ ਆਪਣੇ ਵਰਗੇ ਭੋਲੇ ਭਾਲੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਸ਼ੁਭਦੀਪ ਦਾ ਗਾਣਾ ਹੈ ਕਿ ਕਿਹਦਾ ਗਾਣਾ ਹੈ। ਉਹ ਸਾਡੇ ਵਾਸਤੇ ਕਾਫੀ ਹਾਨੀਕਾਰਕ ਸਿੱਧ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ, ਕਿਉਂਕਿ ਸ਼ੁਭਦੀਪ ਨੂੰ ਬਦਨਾਮ ਕਰਨ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ। ਜੇ ਉਹ ਜੀ ਆਵਾਜ਼ ਲਾ ਕੇ ਕਿਸੇ ਦੀ ਕਾਲਿੰਗ ਉੱਧਰ ਹੀ ਹੋਊਗੀ ਤਾਂ ਫਿਰ ਉਹ ਨਿਕਲਣਾ ਉਹਦੇ ਵਿੱਚ ਵੀ ਨਹੀਂ ਕੁਛ ਹੈਗਾ। ਸੱਚ ਤਾਂ ਆਪਾਂ ਨੂੰ ਸੱਚ ਹੀ ਹੁੰਦਾ, ਪਰ ਉਹਦੇ ਨਾਲ ਜਿਹੜੀ ਸਾਨੂੰ ਤਕਲੀਫ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਇਸ ਪਰਿਵਾਰ ਨੇ ਆਪਣਾ ਹੋਣਹਾਰ ਪੁੱਤ ਗਵਾਇਆ ਹੈ ਤੇ ਹੰਝੂ ਨਹੀਂ ਰੁਕ ਰਹੇ 1 ਸਾਲ ਬਾਅਦ ਵੀ। ਅੱਗੇ ਵਧਦੇ ਤੇ ਗੱਲ ਹੋਵੇਗੀ ਆਈਪੀਐਲ ਦੀ। ਆਈਪੀਐਲ ਦੇ ਵਿੱਚ ਅੱਜ ਮਹਾ ਮੁਕਾਬਲਾ ਹੈ, ਫਾਈਨਲ ਮੁਕਾਬਲਾ ਹੈ ਆਈਪੀਐਲ 2023 ਦਾ। ਔਰ ਆਈਪੀਐਲ ਦੇ ਇਸ ਮਹਾ ਮੁਕਾਬਲੇ ਦੇ ਵਿੱਚ ਆਮੋ ਸਾਹਮਣੇ ਨੇ, ਇੱਕ ਪਾਸੇ ਹੈ ਚੇਨਈ ਸੁਪਰ ਕਿੰਗਸ ਤੇ ਦੂਜੇ ਪਾਸੇ ਹੈ ਗੁਜਰਾਤ ਟਾਈਟਨਸ ਦੇ ਵਿੱਚ ਫਾਈਨਲ ਮੁਕਾਬਲਾ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਣਾ ਹੈ। ਅਹਿਮਦਾਬਾਦ ਦੇ ਵਿੱਚ ਇਹ ਮੁਕਾਬਲਾ ਖੇਡਿਆ ਜਾਵੇਗਾ। ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ 7:30 ਵਜੇ ਮੁਕਾਬਲਾ ਸ਼ੁਰੂ ਹੋਣਾ ਹੈ ਤੇ ਇਹ ਮੁਕਾਬਲਾ ਤੁਸੀਂ ਜੀਓ ਸਿਨੇਮਾ ਐਪ ਦੇ ਉੱਤੇ ਦੇਖ ਸਕਦੇ ਹੋ। ਫਾਈਨਲ ਦਾ ਰੋਮਾਂਚ ਔਰ ਆਪਣੀ ਭਾਸ਼ਾ ਦੇ ਵਿੱਚ, ਯਾਨੀ ਕਿ ਉੱਥੇ ਵੱਖ-ਵੱਖ ਜੀਓ ਸਿਨੇਮਾ ਐਪ ਦੇ ਉੱਤੇ ਵੱਖ-ਵੱਖ ਜਿਹੜੇ ਲੈਂਗੁਏਜਸ ਦੇ ਵਿੱਚ, ਜੇ ਤੁਸੀਂ ਪੰਜਾਬੀ ਦੇ ਵਿੱਚ ਕਮੈਂਟਰੀ ਸੁਣਨਾ ਚਾਹੁੰਦੇ ਹੋ ਤਾਂ ਉਹ ਵੀ ਆਪਸ਼ਨ ਮੌਜੂਦ ਹੈ। ਅਲੱਗ-ਅਲੱਗ ਆਪਸ਼ਨਸ ਮੌਜੂਦ ਨੇ ਜੀਓ ਸਿਨੇਮਾ ਐਪ ਦੇ ਉੱਤੇ। ਫ੍ਰੀ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਆਪਣੇ ਫੋਨ ਦੇ ਉੱਤੇ ਡਾਊਨਲੋਡ ਕਰਕੇ। ਔਰ ਕਾਬਲੇ ਗੌਰ ਹੈ ਕਿ ਇਸ ਸਮੇਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀਆਂ ਸਟੇਡੀਅਮ ਦੇ ਬਾਹਰ ਕਿੰਨੀ ਵੱਡੀ ਤਾਦਾਦ ਦੇ ਵਿੱਚ ਫੈਨਸ ਪਹੁੰਚੇ ਹੋਏ ਨੇ। ਯੈਲੋ ਵਰਦੀ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਟੀ-ਸ਼ਰਟਸ ਸੀਐਸਕੇ ਦੇ ਫੈਨਸ ਔਰ ਦੂਜੇ ਪਾਸੇ ਗੁਜਰਾਤ ਟਾਈਟਨਸ ਦੇ ਵੀ ਫੈਨਸ। ਤਾਂ ਕਿ ਅੱਜ ਗੁਜਰਾਤ ਟਾਈਟਨਸ ਬੈਕ ਟੂ ਬੈਕ ਦੂਜਾ ਟਾਈਟਲ ਜਿੱਤੇਗੀ। 2022 ਦੇ ਵਿੱਚ ਵੀ ਗੁਜਰਾਤ ਟਾਈਟਨਸ ਚੈਂਪੀਅਨ ਰਹੀ ਸੀ ਆਈਪੀਐਲ ਦੀ ਔਰ ਇੱਕ ਵਾਰ ਫੇਰ ਅਗਲੇ ਸਾਲ ਯਾਨੀ ਕਿ ਇਸ ਸਾਲ 2023 ਦੇ ਵਿੱਚ ਗੁਜਰਾਤ ਟਾਈਟਨਸ ਇੱਕ ਵਾਰੀ ਫਿਰ ਤੋਂ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ। ਪਰ ਇਸ ਵਾਰ ਹੈ ਸਾਹਮਣੇ ਮਹਿੰਦਰ ਸਿੰਘ ਧੋਨੀ ਔਰ ਉਹਨਾਂ ਦੀ ਟੀਮ। ਤਾਂ ਥੋੜੀ ਦੇਰ ਦੇ ਵਿੱਚ ਮੁਕਾਬਲਾ ਜੀਓ ਸਿਨੇਮਾ ਐਪ ਦੇ ਉੱਤੇ ਤੁਸੀਂ ਦੇਖ ਸਕਦੇ ਹੋ। ਕਿਸ ਦੇ ਹਿੱਸੇ ਦੇ ਵਿੱਚ ਜਿੱਤ ਆਉਂਦੀ ਹੈ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ। ਰੁਕ ਰਹੇ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਦੇ ਉਸ ਪਾਰ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਨਾਲ। हेडलाइंस प्रेजेंटेड बाय पेट सफा आयुर्वेदिक चूर्ण, पेट सफा तो हर रोग दफा।